ਭਾਵੇਂ ਥੋੜਾ ਜਿਹਾ ਗੈਪ ਲੈ ਕੇ ਖੜ ਜਾਓ ਇਕੱਠੇ, ਭਾਵੇਂ ਨਾ ਥੋੜਾ ਥੋੜਾ ਗੈਪ 'ਚ ਖੜ ਜਾਓ। ਇੱਧਰਲੇ ਪਾਸੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਪੰਜਾਬ ਦੀ 29ਵੀਂ ਸੂਬਾ ਕਾਨਫਰੰਸ ਲਈ ਆਪਾਂ ਇੱਥੇ ਇਕੱਠੇ ਹੋਏ ਆ। ਆਪਣੀ ਕਾਨਫਰੰਸ ਦੀ ਸ਼ੁਰੂਆਤ ਸਦਾ ਹੀ ਜਿਹੜੀ ਹੈ ਉਹ ਆਪਣੇ ਝੰਡੇ ਦੇ ਨਾਲ, ਝੰਡੇ ਨੂੰ ਲਹਿਰਾਉਣ ਦੀ ਰਸਮ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਝੰਡਾ ਲਹਿਰਾਉਂਦਾ ਹੋਇਆ ਝੰਡਾ ਪ੍ਰਤੀਕ ਹੈ ਕਿ AISF ਨੇ ਕੋਈ ਵੀ ਮੈਦਾਨ ਹੈ ਉੱਥੇ ਆਪਣਾ ਝੰਡਾ ਗੱਡਿਆ ਹੈ ਤੇ ਹਮੇਸ਼ਾ ਝੰਡਾ ਉੱਚਾ ਕਰਕੇ ਰੱਖਿਆ, ਝੰਡੇ ਨੂੰ ਹਮੇਸ਼ਾ ਪ੍ਰਚੰਡ ਕਰਕੇ ਰੱਖਿਆ। ਸੋ ਅੱਜ ਵੀ ਜਿਹੜਾ ਹੈ ਉਹ ਝੰਡੇ ਵਾਲੀ ਜਿਹੜੀ ਰਸਮ ਹੈ, ਸਭ ਤੋਂ ਪਹਿਲਾਂ ਉਹਦੇ ਤੋਂ ਹੀ ਆਪਣੇ ਇਸ ਕਾਨਫਰੰਸ ਦੀ ਸ਼ੁਰੂਆਤ ਹੋਣੀ ਹੈ। ਝੰਡੇ ਜਿਵੇਂ ਜਿਵੇਂ ਝੰਡਾ ਉੱਤੇ ਜਾਏਗਾ ਉਵੇਂ ਉਵੇਂ ਨਾਅਰਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਤੇ ਝੰਡਾ ਲਹਿਰਾਉਣ ਦੀ ਰਸਮ ਸਾਡੇ ਕੌਮੀ ਜਨਰਲ ਸਕੱਤਰ ਸਾਥੀ ਵਿੱਕੀ ਮਹੇਸ਼ਰੀ ਉਹ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਝੰਡੇ ਤੋਂ ਨਾਅਰੇ ਲਾਉਂਦੇ ਹੋਏ ਜਿਹੜਾ ਆ ਉਹ ਆਪਣੇ ਹਾਲ ਵੱਲ ਨੂੰ ਵਧਾਂਗੇ ਤੇ ਆਪਣੀ ਕਾਨਫਰੰਸ ਜਿਹੜੀ ਆ ਉੱਥੇ ਸ਼ੁਰੂ ਹੋਏਗੀ। ਸੋ ਮੈਂ ਬੇਨਤੀ ਕਰਦਾ ਸਾਥੀ ਵਿੱਕੀ ਮਹੇਸ਼ਰੀ ਹੋਰਾਂ ਨੂੰ ਕਿ ਉਹ ਝੰਡਾ ਲਹਿਰਾਉਣ ਦੀ ਰਸਮ ਅੱਗੇ ਆ ਜਾਓ, ਅੱਗੇ ਇੱਥੇ ਆ ਜਾਓ, ਇੱਥੇ ਆ ਜਾਓ, ਨਾਲ ਅੱਗੇ ਆ ਜਾਓ। AISF ਦੀ 29 ਕਾਨਫਰੰਸ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। AISF ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। AISF ਦੀ 29 ਕਾਨਫਰੰਸ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਵਿਦਿਆਰਥੀ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਵਿਦਿਆਰਥੀ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਵਿਦਿਆਰਥੀ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸਾਮਰਾਜਵਾਦ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਭਗਤ ਸਿੰਘ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਜੀ ਗੋਰਾ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਸਰਾਬੇ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਉਦਮ ਸਿੰਘ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਸੁਖਦੇਵ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਰਾਜਗੁਰੂ ਨੂੰ ਲਾਲ ਸਲਾਮ। ਲਾਲ ਸਲਾਮ, ਲਾਲ ਸਲਾਮ। ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। AISF ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸਾਡੀ ਕਾਨਫਰੰਸ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। AISF ਪੰਜਾਬ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਬਨੇਗਾ ਕਾਨੂੰਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਬਨੇਗਾ ਹੱਕ ਲੈ ਕੇ ਰਹਾਂਗੇ, ਲੈ ਕੇ ਰਹਾਂਗੇ, ਲੈ ਕੇ ਰਹਾਂਗੇ। ਸੋ ਸਾਥੀਓ, ਹੁਣ ਇੱਥੋਂ ਹੀ ਆਪਾਂ ਆਪਣੇ ਹਾਲ ਵੱਲ ਨੂੰ ਜਾਣਾ ਤੇ ਉੱਥੇ ਆਪਾਂ ਕਾਨਫਰੰਸ ਸ਼ੁਰੂ ਕਰਨੀ ਹੈ। ਰਸਮੀ ਤੌਰ ਦੇ ਉੱਤੇ ਉੱਥੇ ਸ਼ੁਰੂ ਹੋਣੀ ਹੈ ਕਾਨਫਰੰਸ, ਸੋ ਆਪਾਂ ਉੱਧਰ ਨੂੰ ਚੱਲਦੇ। ਨਾਲ ਹੀ ਆਲ ਇੰਡੀਆ ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਸੂਬਾਈ ਆਗੂ ਸ਼ਬਦਿਕ ਪਾਲ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਦੇ ਉੱਤੇ ਆ ਜਾਣ ਤੇ ਕੁਝ ਸਾਥੀਆਂ ਨੇ ਹਜੇ ਆਉਣਾ ਹੈ, ਉਹਨਾਂ ਨੂੰ ਸਮੇਂ-ਸਮੇਂ ਤੇ ਸਟੇਜ ਦੇ ਉੱਤੇ ਸੱਦਦਾ ਰਹਾਂਗਾ। ਤੇ ਸਭ ਤੋਂ ਪਹਿਲਾਂ ਮੈਂ ਇਸ ਕਾਨਫਰੰਸ ਦੇ ਉਦਘਾਟਨ ਵਾਸਤੇ ਕਾਮਰੇਡ ਰਣਜੀਤ ਸ਼ੁਕਲੀ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ, ਡਾਇਸ ਤੇ ਆਉਣ ਤੇ ਇਸ ਕਾਨਫਰੰਸ ਦਾ ਉਦਘਾਟਨ ਕਰਨ। ਜੈ ਹਿੰਦ ਸਾਥੀ ਜੀ, ਮੈਂ ਤੁਹਾਨੂੰ 12ਵੀਂ ਕਾਨਫਰੰਸ ਲਈ ਮੈਂ ਸਾਰੇ ਸਾਥੀਆਂ ਨੂੰ, ਨੌਜਵਾਨਾਂ ਨੂੰ ਇਹ ਮੁਬਾਰਕਬਾਦ ਦਿੰਦਾ। ਘਰ ਵਿੱਚ ਤੇ ਮੈਨੂੰ ਬਾਬਾ ਜੀ ਕਹਿ ਕੇ ਪੁਕਾਰਦੇ ਆ, ਪਿੰਡ 'ਚ ਚਾਚਾ ਜੀ ਕਹਿ ਕੇ ਪੁਕਾਰਦੇ ਆ, ਪਰ ਮੈਂ ਹੁਣ ਨੌਜਵਾਨਾਂ ਜਾਣ ਕੇ ਤਾਂ ਫੀਲ ਕਰਦਾ ਕਿ ਮੈਂ ਵੀ ਨੌਜਵਾਨ ਰਹਿਣਾ ਹੈ। ਜਦੋਂ ਮੈਂ ਸੰਨ 67 ਵਿੱਚ ਪਹਿਲੀ ਵਾਰ ਸਕੂਲ ਆਇਆ ਪਾਰਟੀ ਦਾ, ਤੇ ਉਹ ਸਾਥੀ ਜਿਹੜੇ ਮੇਰੇ ਤੋਂ ਪਹਿਲਾਂ ਦੇ ਆਏ ਹੋਏ ਸੀਗੇ ਉਹ ਬਹੁਤ ਤਰੱਕੀ ਕਰ ਗਏ, ਕਿਉਂਕਿ ਮੈਂ ਟੀਚਰ ਸੀਗਾ, ਇਸ ਕਰਕੇ ਉਸ ਲਾਈਨ 'ਚ ਪੈ ਗਿਆ। ਤੇ ਜਿਹੜੇ ਇਸ ਵੇਲੇ ਪੰਜਾਬ ਦੇ ਕਾਬਲੇ ਆ ਸਾਰੇ ਦੇ ਸਾਰੀਆਂ ਜਥੇਬੰਦੀਆਂ ਦੇ ਉਹ ਸਾਰੇ ਮੇਰੇ ਸਾਥੀ ਹੈ, ਪਰ ਮੈਂ ਇੰਨਾ ਪਛੜਿਆ ਕਿ ਉਹ ਮੇਰੇ ਤੋਂ ਪਹਿਲਾਂ ਦੇ ਆਏ ਕੋਈ ਪਾਰਟੀ ਫਰੰਟ ਕਰ। ਹੁਣ ਤੁਸੀਂ ਜਿੱਦਾਂ ਨੌਜਵਾਨੀ ਚੜ੍ਹਦੇ ਸਾਰ ਹੀ ਤੁਸੀਂ ਚੰਗੇ ਪਾਸੇ ਲੱਗ ਗਏ ਆ ਤਾਂ ਤੁਹਾਡਾ ਭਵਿੱਖ ਵੀ ਜਿਹੜਾ ਹੈਗਾ ਉਹ ਉਨਾ ਹੀ ਰੋਸ਼ਨ ਹੋਏਗਾ ਜਿੰਨਾ ਮਤਲਬ ਹੋਣਾ ਚਾਹੀਦਾ ਹੈ, ਕਿਉਂਕਿ ਇਸ ਚੰਗੇ ਪਾਸੇ ਤੁਸੀਂ ਬਹੁਤ ਕੁਝ ਪ੍ਰਾਪਤ ਕਰੋਗੇ, ਬਹੁਤ ਕੁਝ ਸਿੱਖੋਗੇ। ਪੈਰ ਪੈਰ ਤੇ ਸਿੱਖਣ ਦੇ ਸਾਰੀਆਂ ਕਰਦਾ ਜ਼ਿਆਦਾ ਨਾ ਬੋਲਦਾ ਹੋਇਆ
मैं सारे एक बार फिर अपने आप ਨੂੰ ਸਾਰੇ ਡੈਲੀਗੇਟਾਂ ਨੂੰ ਸਾਥੀਆਂ ਨੂੰ ਇੱਥੇ ਪਹੁੰਚਣ ਤੇ ਵਧਾਈ ਦਿੰਦਾ ਹਾਂ ਤੇ ਕਾਨਫਰੰਸ ਦੀ ਸਫਲਤਾ ਦੀ ਕਾਮਨਾ ਕਰਦਾ। ਜੈ ਹਿੰਦ। ਸਟੇਜ ਦੇ ਉੱਤੇ ਆ ਜਾਣ ਤੇ ਆਪਣੀ ਸੀਟ ਲੈਣ ਤੇ ਇਸ ਤੋਂ ਬਾਅਦ ਮੈਂ ਸਾਥੀ ਰਜਿੰਦਰ ਮੰਡਲ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਆਪਣੀ ਗੱਲ ਰੱਖਣ ਤੇ ਸਾਡੀ ਕਾਨਫਰੰਸ ਨੂੰ ਆਪਣੀ ਸ਼ੁਭਕਾਮਨਾਵਾਂ ਭੇਟ ਕਰਨ। ਸਾਬਕਾ ਵਿਦਿਆਰਥੀ ਆਗੂ ਸਾਹਿਬਾਨ ਤੇ ਮੌਜੂਦਾ ਡੈਲੀਗੇਟ ਸਾਥੀਓ, ਪਹਿਲਾਂ ਤਾਂ ਮੈਂ ਤੁਹਾਨੂੰ 38ਵੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਕਾਨਫਰੰਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਆ। ਜਿਵੇਂ ਬਹੁਤੇ ਸਾਰੇ ਲੋਕ ਨਹੀਂ ਜਾਣਦੇ, ਮਤਲਬ ਮੇਰੇ ਪਿਤਾ ਜੀ ਅਜੂਰੀ ਸਾਹਿਬ ਵੀ ਇਹ ਕਹਿ ਕੇ ਗਏ ਆ ਕਿ ਜੇ ਅੱਜ ਕੋਈ ਪਾਰਟੀ ਦੇ ਵਿੱਚ ਜਾਂ ਜਿਹੜੇ ਵੀ ਪ੍ਰੋਫੈਸ਼ਨ ਨੂੰ ਅਸੀਂ ਬਿਲੋਂਗ ਕਰਦੇ ਆ, ਇਹ ਸਾਰਾ ਜਿਹੜਾ ਮੈਂ ਕਹਿੰਦਾ ਵੀ ਇਹਦਾ ਮਤਲਬ ਇਹ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ 'ਚ ਨਾ ਸਰਗਰਮੀ ਨਾਲ ਕੰਮ ਕੀਤਾ ਹੁੰਦਾ ਤੇ ਬਹੁਤ ਸਾਰੀਆਂ ਗੱਲਾਂ ਅਸੀਂ ਨਹੀਂ ਸੀ ਜਾਣਨ ਪਾਉਣੀਆਂ। ਮਤਲਬ ਜੂਨ ਦਾ ਢੰਗ, ਲੋਕਾਂ ਲਈ ਸੰਘਰਸ਼, ਵਿਦਿਆ ਦੇ ਸੁਧਾਰ ਲਈ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਅਖਬਾਰਾਂ ਜਾਂ ਕਿਤਾਬਾਂ ਪੜ੍ਹ ਕੇ ਨਹੀਂ ਉਹਦਾ ਗਿਆਨ ਪ੍ਰਾਪਤ ਕਰ ਸਕਦੇ, ਜਿਹੜਾ ਤੁਸੀਂ ਆਪ ਕਰੋ। ਕਾਬਿਨੇਟ ਦੇ ਗਰੁੱਪ ਜੀ ਬੈਠੇ ਆ। 91 ਦੇ ਵਿੱਚ ਮੈਨੂੰ ਮੌਕਾ ਮਿਲਿਆ, ਮੈਂ ਪੰਜਾਬ ਦਾ ਜਨਰਲ ਸੈਕਟਰੀ ਮਿਲਿਆ ਮੋਗੇ ਕਾਨਫਰੰਸ ਦੇ ਵਿੱਚ, ਤੇ ਉਸ ਤੋਂ ਪਹਿਲਾਂ ਹੀ ਮਤਲਬ 86-87 ਤੋਂ ਮੈਂ ਜਥੇਬੰਦੀ ਨਾਲ ਜੁੜਿਆ ਆ। ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਹਮੇਸ਼ਾ ਹੀ, ਭਾਵੇਂ ਉਹ ਸਾਲ ਦੇ ਇੱਕ ਦਿਨ 28 ਸਤੰਬਰ ਆਉਂਦਾ ਆ ਤੇ ਉਹ ਮਤਲਬ ਬਹੁਤ ਮਨ ਖੁਸ਼ ਹੁੰਦਾ ਆ ਜਦੋਂ ਮੈਂ ਦੇਖਦਾ ਆ ਕਿ ਮਤਲਬ ਵੱਖ-ਵੱਖ ਸਾਡੀ ਇਸ ਨਵੀਂ ਪਨੀਰੀ ਨੂੰ ਨਰਿਸ਼ ਕਰਨ ਦੇ ਵਿੱਚ ਇਹਨਾਂ ਦੀ। ਸੋ ਇਸ ਤੋਂ ਬਾਅਦ ਮੈਂ ਬਾਈ ਜਗਰੂਪ ਹੋਰਾਂ ਨੂੰ ਚਲੋ ਇਸ ਤੋਂ ਬਾਅਦ ਸਾਥੀ PSF ਤੋਂ ਸਾਡੇ ਵਿੱਚ ਆਏ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਸਟੇਜ ਦੇ ਉੱਤੇ ਆ ਜਾਣ ਪੰਜਾਬ ਸਟੂਡੈਂਟਸ ਫੈਡਰੇਸ਼ਨ ਤੋਂ। ਤੇ ਮੈਂ ਸਾਡੇ ਜਨਰਲ ਸਕੱਤਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਾਥੀ ਵਿੱਕੀ ਮਹੇਸ਼ਰੀ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਦੇ ਉੱਤੇ ਆਉਣ ਤੇ ਆਪਦੀ ਗੱਲ ਰੱਖਣ। नतीवी सूबाई कानफ्रेंस विच हाज़र ऑल इंडिया स्टूडेंट फैडरेशन के झंडे नूं उच्चा रखण वाली साबका विद्यार्थी टीम ते भविख दे विच लड़ाई नूं लड़न दा वादा करन वास्ते इस कानफ्रेंस दे विच हाज़र ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਤੋਂ ਆਏ ਹੋਏ ਡੈਲੀਗੇਟ ਸਾਥੀਓ, ऑल इंडिया स्टूडेंट फैडरेशन ਦੇ ਨੈਸ਼ਨਲ ਸੈਂਟਰ ਵੱਲੋਂ, ਨੈਸ਼ਨਲ ਕਾਉਂਸਲ ਵੱਲੋਂ ਪੰਜਾਬ ਦੀ ਇਸ ਟੀਮ ਨੂੰ ਇਹ ਕਾਨਫਰੰਸ ਉਸ ਵੇਲੇ ਕਰਨ ਵੇਲੇ ਜਦੋਂ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਵਿਦਿਆਰਥੀ ਖੇਤਰ ਦੇ ਸਾਹਮਣੇ, ਤੁਸੀਂ ਇਸ ਕਾਨਫਰੰਸ ਦੇ ਲਈ ਵੱਡੀ ਗਿਣਤੀ 'ਚ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਇੱਥੇ ਇਕੱਠੇ ਹੋਏ ਹੋ। ਮੈਂ ਸ਼ੁਰੂ 'ਚ ਹੀ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ, ਇਨਕਲਾਬ ਜ਼ਿੰਦਾਬਾਦ ਆਖਦਾ, ਲਾਲ ਸਲਾਮ ਪੇਸ਼ ਕਰਦਾ ਸਾਥੀਓ। ਜਦੋਂ ਕਾਮਰੇਡ ਸ਼ੁਗਲੀ ਜੀਆਂ ਨੇ ਪਹਿਲਾਂ ਬੋਲਦਿਆਂ, ਕਿਉਂਕਿ ਆਪਾਂ ਕਾਨਫਰੰਸਾਂ 'ਚ ਅੱਡ-ਅੱਡ ਥਾਵਾਂ 'ਤੇ ਪ੍ਰੋਗਰਾਮਾਂ 'ਚ ਦੇਖਦੇ ਹਾਂ, ਸਾਥੀਆਂ ਨੂੰ ਬਹੁਤ ਲੰਬਾ ਬੋਲਣ ਦੀ ਤੇ ਲੰਬੀ ਗੱਲ ਕਰਨ ਦੀ ਆ ਜਿਹੜੀ ਉਹ ਇੱਕ ਪ੍ਰਥਾ ਜਿਹੜੀ ਕਹਿ ਲਓ ਕਾਨਫਰੰਸਾਂ 'ਚ ਹੁੰਦੀ ਆ। ਮੈਨੂੰ ਲੱਗਦਾ ਅੱਜ ਤੱਕ ਦਾ ਸਾਰਿਆਂ ਤੋਂ ਛੋਟਾ ਉਦਘਾਟਨ ਤੇ ਸਾਰਿਆਂ ਤੋਂ ਵਧੀਆ ਉਦਘਾਟਨ ਮੈਂ ਸ਼ੁਗਲੀ ਜੀ ਉਹਨਾਂ ਨੇ ਜਿਵੇਂ ਕੀਤਾ ਵੀ ਉਵੇਂ ਹੀ ਹੋਣਾ ਚਾਹੀਦਾ, ਇਹ ਵੀ ਸਾਡੇ ਸਿੱਖਣ ਵਾਲੀ ਗੱਲ ਆ। ਤੇ ਜੇ ਅੱਜ ਵੀ ਉਹ ਨਵੇਂ ਜ਼ਮਾਨੇ 'ਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਪਦੀਆਂ ਸੇਵਾਵਾਂ ਨਿਭਾ ਰਹੇ ਆ ਤੇ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਵੀ ਹਾਂ ਅਸੀਂ ਵਿਦਿਆਰਥੀ ਜੀਵਨ 'ਚ AISF ਦਾ ਝੰਡਾ ਚੱਕ ਕੇ ਲੜੇ ਸੀ। ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਭਵਿੱਖ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੇ ਹੋਵੋਗੇ, ਕਿਸੇ ਵਕੀਲਾਂ ਦੇ ਫਰੰਟ ਨੂੰ ਲੀਡ ਕਰ ਰਹੇ ਹੋ, ਤੁਸੀਂ ਅਧਿਆਪਕਾਂ ਦੇ ਫਰੰਟ ਨੂੰ ਲੀਡ ਕਰਦੇ ਹੋਵੋਗੇ, ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਦੀਆਂ ਪਹਿਲੀਆਂ ਸਫਾਂ ਦੇ ਵਿੱਚ ਹੋਵੋਗੇ, ਇਸ ਗੱਲ ਦਾ ਯਕੀਨ ਰੱਖਿਓ ਤੁਸੀਂ ਵੀ ਮਾਣ ਕਰੋਗੇ ਕਿ ਤੁਸੀਂ AISF ਦਾ ਝੰਡਾ ਚੱਕ ਕੇ ਜੰਗ ਦੇ ਮੈਦਾਨ 'ਚ ਵਿਦਿਆਰਥੀਆਂ ਦੀ ਖਾਤਰ ਲੜੇ ਸੀ।
ਤੇ ਮਾਣ ਆ ਜਿਹੜਾ ਇਹ 1936 ਤੋਂ ਲਗਾਤਾਰ ਬਰਕਰਾਰ ਆ। ਇਹ ਬਰਕਰਾਰ ਇਸ ਕਰਕੇ ਆ ਕਿਉਂਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਉਹ ਜਥੇਬੰਦੀ ਆ ਜਿਹੜੀ ਬ੍ਰਿਟਿਸ਼ ਹਕੂਮਤ ਦੇ ਖਿਲਾਫ ਦੇਸ਼ ਪੱਧਰ ਦੀ ਸਭ ਤੋਂ ਪਹਿਲੀ ਵਿਦਿਆਰਥੀ ਜਥੇਬੰਦੀ ਆ ਜਿਹਨੇ ਬ੍ਰਿਟਿਸ਼ ਹਕੂਮਤ ਨੂੰ ਇੱਥੋਂ ਕੱਢ ਮਾਰਨ ਵਾਸਤੇ ਆਪਦੀ ਜਿਹੜੀ ਲੜਾਈ ਆ ਵਿਦਿਆਰਥੀ ਫਰੰਟ ਵੱਲੋਂ ਲੜੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਪੂਰੇ ਦੇਸ਼ ਦੇ ਵਿੱਚ ਜਦੋਂ ਅਲੱਗ-ਅਲੱਗ ਥਾਵਾਂ ਤੇ ਵਿਦਿਆਰਥੀ ਲਾਮਬੰਦ ਹੋ ਰਹੇ ਆ, ਜਦੋਂ ਬੰਗਾਲ ਇੱਕ ਸੈਂਟਰ ਬਣਿਆ ਹੋਇਆ ਸੀ ਵਿਦਿਆਰਥੀ ਮੂਵਮੈਂਟ ਦਾ, ਜਦੋਂ ਲਖਨਊ ਦੇ ਵਿਦਿਆਰਥੀ, ਕਲਕੱਤੇ ਤੇ ਮੁੰਬਈ ਦੇ ਵਿਦਿਆਰਥੀ ਅਲੱਗ-ਅਲੱਗ ਟੋਲਿਆਂ ਦੇ ਵਿੱਚ ਲੜ ਰਹੇ ਸੀ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ 12 ਅਗਸਤ 1936 ਨੂੰ ਲਖਨਊ ਦੇ ਵਿੱਚ ਕਾਨਫਰੰਸ ਕਰਕੇ ਇੱਕ ਨੈਸ਼ਨਲ ਲੈਵਲ ਦੀ ਜਥੇਬੰਦੀ ਬਣਾ ਕੇ ਇਹ ਚੈਲੰਜ ਕੀਤਾ ਸੀ ਕਿ ਵਿਦਿਆਰਥੀਆਂ ਦੇ ਲਈ ਲੜਨਾ ਸਾਡੀ ਪਹਿਲੀ ਜ਼ਿੰਮੇਵਾਰੀ ਆ, ਪਰ ਸਾਡਾ ਦੇਸ਼ ਆਜ਼ਾਦ ਹੋਵੇ ਇਹਦੇ ਲਈ ਸਾਨੂੰ ਕਿਸੇ ਹੱਦ ਦੀ ਕੁਰਬਾਨੀ ਵੀ ਕਰਨੀ ਪਈ ਤੇ ਅਸੀਂ ਉਹ ਕਰਾਂਗੇ। ਤੇ ਹਜ਼ਾਰਾਂ ਲੋਕਾਂ ਦੀ ਉਹ ਲਿਸਟ ਆ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਆਪਦੀਆਂ ਜਾਨਾਂ ਦੇ ਕੇ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇ ਵਿੱਚ ਆਪਦਾ ਯੋਗਦਾਨ ਪਾਇਆ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ। ਅੱਜ ਜਦੋਂ ਅਸੀਂ 2023 ਦੇ ਵਿੱਚ ਪੰਜਾਬ 'ਚ ਇੱਥੇ ਕਾਨਫਰੰਸ ਕਰ ਰਹੇ ਹਾਂ ਤੇ ਇਹ ਕਾਨਫਰੰਸ ਉਸ ਨੈਸ਼ਨਲ ਕਾਨਫਰੰਸ ਦਾ ਇੱਕ ਹਿੱਸਾ। ਤੁਸੀਂ ਪਹਿਲਾਂ ਜ਼ਿਲ੍ਹਿਆਂ ਦੀਆਂ, ਕਾਲਜਾਂ ਦੀਆਂ, ਅਲੱਗ-ਅਲੱਗ ਇਕਾਈਆਂ ਦੀਆਂ ਕਾਨਫਰੰਸਾਂ ਕਰਕੇ ਇੱਥੇ ਹਾਜ਼ਰ ਹੋਏ ਹੋ। ਆਪਾਂ ਇਸ ਗੱਲ ਦੇ ਲਈ ਕਿਉਂਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਇਹ ਨਾਅਰਾ ਰਿਹਾ ਸਟੱਡੀ ਐਂਡ ਸਟਰਗਲ, ਪੜ੍ਹਾਈ ਤੇ ਲੜਾਈ ਇਕੱਠੇ ਚੱਲਦੇ ਆ ਆਪਣੇ ਲਈ, ਕਿਉਂਕਿ ਬਿਨਾਂ ਲੜੇ ਦੇ ਪੜ੍ਹਾਈ ਦਾ ਹੱਕ ਨਹੀਂ ਮਿਲਦਾ ਤੇ ਬਿਨਾਂ ਪੜ੍ਹੇ ਦੇ ਲੜਾਈ ਨੂੰ ਅੱਗੇ ਤੋਰਨਾ ਅਸੰਭਵ ਆ। ਇਸ ਕਰਕੇ ਪੜ੍ਹਾਈ ਤੇ ਲੜਾਈ, ਸਟੱਡੀ ਤੇ ਸਟਰਗਲ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਨਾਅਰੇ ਦੇ ਰੂਪ ਵਿੱਚ ਹਮੇਸ਼ਾ ਜਿਹੜਾ ਉਹ ਮਾਰਗਦਰਸ਼ਕ ਕਰਕੇ ਅੱਗੇ ਵਧਦੀ ਆ। ਜਦੋਂ ਆਪਾਂ ਨੈਸ਼ਨਲ ਕਾਨਫਰੰਸ ਵਾਲੇ ਪਾਸੇ ਵਧਣਾ, ਤੁਹਾਨੂੰ ਸਾਰਿਆਂ ਨੂੰ ਪਤਾ 28 ਸਤੰਬਰ ਤੋਂ ਭਗਤ ਸਿੰਘ ਦੇ ਜਨਮ ਦਿਨ ਤੋਂ ਬੇਗੂਸਰਾਏ ਦੀ ਧਰਤੀ ਤੇ ਬਿਹਾਰ ਦੇ ਵਿੱਚ 28 ਸਤੰਬਰ ਤੋਂ 1 ਅਕਤੂਬਰ ਤੱਕ ਦੇਸ਼ ਦੀ ਆ ਜਿਹੜੀ ਰਾਸ਼ਟਰੀ ਕਾਉਂਸਲ ਜਿਹੜੀ ਨਵੀਂ ਚੁਣੀ ਜਾਣੀ ਆ ਉਹਦੀ ਕਾਨਫਰੰਸ ਆ, ਜਿਹੜੀ 30ਵਾਂ ਮਹਾਅਧਿਵੇਸ਼ਨ ਆ ਜਿਹੜਾ ਉਹਦੇ ਲਈ ਆਪਾਂ ਇਕੱਠੇ ਹੋਣਾ, ਜਿਹਦੇ ਜਿਵੇਂ ਤੁਸੀਂ ਜ਼ਿਲ੍ਹਿਆਂ ਦੇ ਵਿੱਚੋਂ ਚੁਣ ਕੇ ਡੈਲੀਗੇਟ ਆਏ ਹੋ ਇਸੇ ਤਰੀਕੇ ਨਾਲ ਪੰਜਾਬ ਦੇ ਡੈਲੀਗੇਟ ਆ ਜਿਹੜੇ ਉਹ ਚੁਣ ਕੇ ਨੈਸ਼ਨਲ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਗੇ, ਜਿੱਥੇ ਦੇਸ਼ ਭਰ ਦੇ ਵਿਦਿਆਰਥੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਗੇ ਤੇ ਦੁਨੀਆ ਭਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿਦਿਆਰਥੀ ਲਹਿਰਾਂ ਦੇ ਆਗੂ ਆ ਜਿਹੜੇ ਉਸ ਕਾਨਫਰੰਸ ਨੂੰ ਗ੍ਰੀਟ ਕਰਨ ਦੇ ਲਈ ਆਉਣਗੇ ਵੀ ਤੇ ਆਪਣੇ ਸੰਦੇਸ਼ ਵੀ ਭੇਜਣਗੇ। ਇਹ ਸਾਰਾ ਜੇ ਪ੍ਰੋਸੈਸ ਦੇ ਆਪਾਂ ਵਿੱਚ ਦੀ ਲੰਘ ਰਹੇ ਹਾਂ ਤੇ ਕਿਉਂ? ਜੇ ਅੱਜ ਅਸੀਂ ਪ੍ਰਭਾਤ ਪਰਵਾਨਾ ਹਾਲ ਦੇ ਵਿੱਚ ਬੈਠ ਕੇ ਪੁਰਾਣੇ ਆਗੂਆਂ ਨੂੰ ਵੀ ਸੁਣ ਰਹੇ ਹਾਂ, ਤੁਸੀਂ ਵੀ ਆਪਦੀ ਗੱਲ ਰੱਖੋਗੇ, ਇਹਦੀ ਮਹੱਤਤਾ ਕੀ ਆ? ਇਹਦੀ ਮਹੱਤਤਾ ਦੋਸਤੋ ਇਹ ਆ ਕਿ ਜਿਸ ਸਮੇਂ ਦੇ ਵਿੱਚ ਆਪਾਂ ਮਿਲ ਕੇ ਬੈਠੇ ਆ, ਜੁੜੇ ਆ, ਉਦੋਂ ਸਾਡੇ ਤੇ ਹਮਲੇ ਬਹੁਤ ਵੱਡੇ ਆ। ਅੱਜ ਦੇਸ਼ ਦੀ ਸਰਕਾਰ ਵੱਲੋਂ ਤੇ ਅਲੱਗ-ਅਲੱਗ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੀ, ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਆਪਾਂ ਗੱਲ ਕਰਦੇ ਆ, ਜਿਹਦੇ ਬਾਰੇ 2 ਦਿਨ ਲਗਾਤਾਰ ਚਰਚਾ ਚੱਲੇਗੀ, ਉਸ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਦੇਸ਼ ਦੀ ਬੀਜੇਪੀ ਦੀ ਸਰਕਾਰ, RSS ਦੀ ਸਰਕਾਰ ਇੰਨੀ ਅੱਗੇ ਵੱਧ ਚੁੱਕੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਪਾਉਣਗੇ ਕਿ ਨਹੀਂ ਜਾ ਪਾਉਣਗੇ ਦੀ ਕੋਈ ਗਰੰਟੀ ਨਹੀਂ। ਜਿਵੇਂ ਧੜਾ-ਧੜ ਵਿਦਿਆਰਥੀਆਂ ਦੇ ਲਈ ਸਕੂਲਾਂ ਦੇ ਤੇ ਖਾਸ ਤੌਰ ਤੇ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਰਾਹ ਬੰਦ ਕੀਤੇ ਜਾ ਰਹੇ ਆ। ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਸੈਲਫ ਫਾਈਨਾਂਸਡ ਯੂਨੀਵਰਸਿਟੀਆਂ ਜਾਂ ਜਿਹੜੀਆਂ ਬਾਹਰਲੇ ਜਿਹਨੂੰ ਫੋਰਨ ਇਨਵੈਸਟਮੈਂਟ ਦੇ ਤੌਰ ਤੇ ਪ੍ਰਮੋਟ ਕੀਤਾ ਜਾ ਰਿਹਾ, ਉੱਥੇ ਤੁਹਾਡੇ ਤੇ ਮੇਰੇ ਵਰਗੇ ਵਿਦਿਆਰਥੀ ਕਦੇ ਪੜ੍ਹਨ ਦਾ ਸੁਪਨਾ ਲੈ ਪਾਉਣਗੇ ਕਿ ਨਹੀਂ, ਇਹ ਸਾਡੇ ਸਾਹਮਣੇ ਬਹੁਤ ਵੱਡਾ ਸਵਾਲ ਆ। ਇਹ ਕਾਨਫਰੰਸ 'ਚ ਆਪਾਂ ਇਸ ਕਰਕੇ ਚਰਚਾ ਕਰਨੀ ਆ 2 ਦਿਨ ਲਗਾਤਾਰ, ਕਿਉਂਕਿ ਜਿਨ੍ਹਾਂ ਔਰਤਾਂ ਨੇ ਸਾਨੂੰ ਪੈਦਾ ਕੀਤਾ, ਜਿਨ੍ਹਾਂ ਮਾਵਾਂ ਨੇ ਮਿਹਨਤ ਮੁਸ਼ੱਕਤ ਕਰਕੇ ਸਾਨੂੰ ਇੱਥੇ ਤੱਕ ਪੜ੍ਹਾਇਆ, ਇੱਥੇ ਤੱਕ ਲੈ ਕੇ ਆਂਦਾ, ਉਹਨਾਂ ਦੀ ਜ਼ਿੰਦਗੀ ਇਸ ਦੇਸ਼ ਦੇ ਵਿੱਚ ਇਹੋ ਜਿਹੀ ਆ ਕਿ ਦੇਸ਼ ਦੇ ਵਿੱਚ ਇੱਕ ਪਾਸੇ ਨਵੀਂ ਪਾਰਲੀਮੈਂਟ ਦੀ ਬਿਲਡਿੰਗ, ਜਿਹਦੇ ਤੇ ਦੇਸ਼ ਦੀ ਜਨਤਾ ਦਾ ਕਰੋੜਾਂ ਰੁਪਈਆ ਫੂਕ ਕੇ ਇੱਕ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਗਈ, ਜਿੱਥੇ ਇੱਕ ਪਾਸੇ ਉਹਦਾ ਉਦਘਾਟਨ ਹੋ ਰਿਹਾ ਹੁੰਦਾ, ਉਸੇ ਦਿਨ ਦੂਜੇ ਪਾਸੇ ਦੇਸ਼ ਦੀਆਂ ਪਹਿਲਵਾਨ ਕੁੜੀਆਂ ਜਿਨ੍ਹਾਂ ਨੇ ਓਲੰਪਿਕ 'ਚ ਗੋਲਡ ਲਿਆ ਕੇ ਇਸ ਦੇਸ਼ ਦੇ ਮੱਥੇ ਤੇ ਟੰਗਿਆ, ਉਹਨਾਂ ਲੜਕੀਆਂ ਦੇ ਨਾਲ ਸੜਕਾਂ ਦੇ ਉੱਤੇ ਪੁਲਿਸ ਆ ਜਿਹੜੀ ਕੁੱਟਮਾਰ ਕਰ ਰਹੀ ਹੁੰਦੀ ਆ, ਉਹਨਾਂ ਨੂੰ ਲਤਾੜਿਆ ਜਾ ਰਿਹਾ ਹੁੰਦਾ। ਆਪਾਂ ਇਸ ਕਾਨਫਰੰਸ ਦੇ ਵਿੱਚ ਇਸ ਕਰਕੇ ਜੁੜੇ ਆ, ਵਿਚਾਰਾਂ ਕਰਨੀਆਂ ਇਸ ਕਰਕੇ ਜ਼ਰੂਰੀ ਆ ਕਿਉਂਕਿ ਖੇਤਾਂ 'ਚ ਕੰਮ ਕਰਨ ਵਾਲੀਆਂ, ਇੱਟਾਂ ਦੇ ਭੱਠਿਆਂ ਤੇ ਕੰਮ ਕਰਨ ਵਾਲੀਆਂ, ਸੜਕਾਂ ਤੇ ਰੋੜੀ ਕੁੱਟਣ ਵਾਲੀਆਂ ਮਜ਼ਦੂਰ ਔਰਤਾਂ ਜਿਹੜੀਆਂ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ, ਜਦੋਂ ਕਰੋਨਾ ਦਾ ਕਾਲ ਚੱਲਿਆ, ਜਦੋਂ ਪੂਰਾ ਦੇਸ਼ ਆ ਇੱਕ ਜੇਲ੍ਹ ਵਾਂਗੂ ਬਣਾ ਦਿੱਤਾ ਗਿਆ, ਪਰ ਉਹਨਾਂ ਦੇ ਲਈ ਕਿਸੇ ਸਾਧਨ ਦਾ ਪ੍ਰਬੰਧ ਕਰਨ ਵਾਲਾ ਕੰਮ ਦੇਸ਼ ਦੀ ਸਰਕਾਰ ਨੇ ਨਹੀਂ ਕੀਤਾ। ਉਹ 2-2 ਹਜ਼ਾਰ ਕਿਲੋਮੀਟਰ ਨੰਗੇ ਪੈਰੀ ਦੇਸ਼ ਦੀਆਂ ਸੜਕਾਂ ਤੇ ਤੁਰ ਕੇ ਆਪਦੇ ਘਰੀ ਪਹੁੰਚੀਆਂ। ਜਿਨ੍ਹਾਂ ਗਰਭਵਤੀ ਔਰਤਾਂ ਨੇ ਦੇਸ਼ ਦੀਆਂ ਸੜਕਾਂ ਤੇ ਆਪਦੇ ਬੱਚਿਆਂ ਨੂੰ ਜਨਮ ਦਿੱਤਾ ਸੀ, ਉਸ ਦੇਸ਼ ਦਾ ਹਿੱਸਾ
ਸਾਡੇ ਲਈ ਗੱਲਾਂ ਕਰਨਾ, ਵਿਚਾਰਾ ਕਰਨਾ ਇਸ ਕਰਕੇ ਜ਼ਰੂਰੀ ਆ ਕਿਉਂਕਿ UGC ਹੋਵੇ, ਹਾਇਰ ਬੋਡੀਜ਼ ਆਫ ਐਜੂਕੇਸ਼ਨ ਹੋਣ, ਸਾਰੀਆਂ ਨੂੰ ਢਹਿ ਢੇਰੀ ਕਰਕੇ ਪ੍ਰਾਈਵੇਟ ਬੋਡੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨਵੇਂ ਕਾਨੂੰਨਾਂ ਦੇ ਰਾਹੀਂ ਇਸ ਪਾਲਿਸੀ ਦੇ ਅੰਡਰ, ਤਾਂ ਕਿ ਵਿਦਿਆਰਥੀ, ਆਮ ਮਜ਼ਦੂਰ, ਕਿਸਾਨ ਦਾ ਬੇਟਾ ਬੇਟੀ ਇਸ ਦੇਸ਼ ਦੇ ਵਿੱਚ ਪੜ੍ਹਨ ਦਾ ਸੁਪਨਾ ਨਾ ਦੇਖ ਸਕਦਾ ਹੋਵੇ। ਕਿਉਂਕਿ ਜੇ ਉਹ ਪੜ੍ਹਨ ਦਾ ਸੁਪਨਾ ਦੇਖੂਗਾ ਤੇ ਉਹ ਸਵਾਲ ਕਰੂਗਾ ਸਾਡੇ ਸਿਲੇਬਸ ਦੇ ਵਿੱਚ ਡਾਰਵਿਨ ਦੀ ਥਿਊਰੀ ਕਿਉਂ ਨਹੀਂ, ਜਿਵੇਂ BJP ਦੀ ਸਰਕਾਰ ਨੇ ਇੱਕ ਮਤਲਬ ਫਰਮਾਨ ਜਾਰੀ ਕਰਦਿਆਂ ਇਹ ਕਿਹਾ ਕਿ ਸਿਲੇਬਸ ਦੇ ਵਿੱਚ ਡਾਰਵਿਨ ਦੀ ਥਿਊਰੀ ਨਹੀਂ ਪੜ੍ਹਾਈ ਜਾਏਗੀ। ਕਿਉਂਕਿ ਜੀਵ ਵਿਕਾਸ ਦੀ ਜਦੋਂ ਤੁਸੀਂ ਥਿਊਰੀ ਪੜ੍ਹਦੇ ਹੋ, ਜਦੋਂ ਤੁਸੀਂ ਡਾਰਵਿਨ ਨੂੰ ਪੜ੍ਹਦੇ ਹੋ, ਤੁਸੀਂ ਲੜੀ ਮਾਰਕਸ ਨਾਲ ਵੀ ਜੋੜਦੇ ਹੋ, ਤੁਸੀਂ ਇਤਿਹਾਸਕ ਪਦਾਰਥਵਾਦ ਨਾਲ ਵੀ ਲੜੀ ਜੋੜਦੇ ਹੋ। ਤੁਸੀਂ ਜਾਣਦੇ ਹੋ ਕਿ ਕੋਈ ਵੀ ਚੀਜ਼ ਆ ਜਿਹੜੀ ਕਿਸੇ ਗੈਬੀ ਸ਼ਕਤੀ ਕਾਰਨ ਉੱਤੋਂ ਨਹੀਂ ਡਿੱਗੀ, ਸਾਰਾ ਕੁਛ ਆ ਉਹ ਵਿਕਾਸ ਦਾ ਹਿੱਸਾ ਤੇ ਸਾਇੰਟੀਫਿਕ ਆ, ਤੁਸੀਂ ਉਹਨੂੰ ਸਵਾਲ ਨਾ ਕਰ ਸਕੋ। ਹੁਣ ਦੇ ਸਿਲੇਬਸ ਦੇ ਵਿੱਚ ਡਾਰਵਿਨ ਦੀ ਥਿਊਰੀ ਨਹੀਂ ਹੋਏਗੀ ਕਿਉਂਕਿ ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ। ਸਰਕਾਰ ਦਾ ਫਰਮਾਨ ਇਹ ਵੀ ਆ ਕਿ ਜਦੋਂ ਨੌਜਵਾਨ ਭਗਤ ਸਿੰਘ ਨੂੰ ਜਾਂ ਸਰਾਭੇ ਨੂੰ ਪੜ੍ਹਦੇ ਆ ਤੇ ਉਹਦੇ ਵਰਗਾ ਬਣਨ ਦਾ ਸੁਪਨਾ ਵੇਖਦੇ ਆ। ਉਹ ਦੁਰਗਾ ਭਾਬੀ ਨੂੰ ਪੜ੍ਹਦੇ ਆ ਤੇ ਔਰਤ ਸੋਚਦੀ ਆ ਕਿ ਮੈਂ ਅੱਜ ਦੀ ਜੰਗ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਸਕਦੀ। ਜਦੋਂ ਲੋਕ ਸ਼ਹੀਦਾਂ ਦੀਆਂ ਗਥਾਵਾਂ ਨੂੰ ਪੜ੍ਹਦੇ ਆ ਤੇ ਲੋਕ ਉਹਨਾਂ ਦੇ ਰਾਹ ਤੇ ਚੱਲਣ ਦੀ ਗੱਲ ਕਰਦੇ ਆ, ਉਹ ਕਹਿੰਦੇ ਸਾਡੇ ਸਿਲੇਬਸਾਂ ਦੇ ਵਿੱਚ ਭਗਤ ਸਿੰਘ ਦੀ, ਸਰਾਭਿਆਂ ਦੀ ਜ਼ਰੂਰਤ ਨਹੀਂ। ਪਰ ਦੇਸ਼ ਦੀ ਆਜ਼ਾਦੀ ਦੇ ਵੇਲੇ ਗਦਾਰੀ ਕਰਨ ਵਾਲੇ, ਉਹ ਚਾਹੇ ਸਾਵਰਕਰ ਹੋਵੇ, ਗੋਲਵਲਕਰ ਹੋਵੇ, ਜਿਹੜੇ RSS ਦੇ ਥਿੰਕ ਟੈਂਕ ਕਹੇ ਜਾਂਦੇ ਆ, ਜਿਨ੍ਹਾਂ ਨੇ ਦੇਸ਼ ਨੂੰ ਵੰਡ ਕੇ ਰੱਖਣ ਦੇ ਲਈ ਮਸੌਦੇ ਤਿਆਰ ਕਰਕੇ ਦਿੱਤੇ, ਉਹਨਾਂ ਨੂੰ ਸਿਲੇਬਸ ਦੇ ਵਿੱਚ ਪੜ੍ਹਾਉਣਾ ਅੱਜ BJP ਸਰਕਾਰ ਦੀ ਪਹਿਲੀ ਪ੍ਰਾਇੋਰਿਟੀ ਆ। ਸਾਡਾ ਇੱਥੇ ਬੈਠ ਕੇ ਡਿਸਕਸ਼ਨ ਕਰਨਾ, ਵਿਚਾਰਾਂ ਕਰਨਾ ਦੋਸਤੋ, ਇਹਨਾਂ ਸਾਰੀਆਂ ਗੱਲਾਂ ਕਰਕੇ ਜ਼ਰੂਰੀ ਆ ਕਿ ਜਿਸ ਦੇਸ਼ ਦੇ ਵਿੱਚ ਸਭ ਤੋਂ ਵੱਧ ਔਰਤ ਦੀ ਪੂਜਾ ਕਰਨ ਦਾ ਢਿੰਡੋਰਾ ਪਿੱਟਿਆ ਜਾਂਦਾ ਹੋਵੇ, ਜਿਸ ਦੇਸ਼ ਦੇ ਵਿੱਚ ਸਭ ਤੋਂ ਵੱਧ ਇਸ ਗੱਲ ਦੀ ਕਹਿ ਲਓ ਮਤਲਬ ਪ੍ਰਚਾਰ ਕੀਤਾ ਜਾਂਦਾ ਹੋਵੇ ਵੀ ਅਸੀਂ ਆਪਦੇ ਦੇਸ਼ ਨੂੰ ਵੀ ਮਾਂ ਮੰਨਦੇ ਹਾਂ, ਭਾਰਤ ਮਾਤਾ ਦੇ ਨਾਂ ਤੇ ਇਸ ਦੇਸ਼ ਦੇ ਵਿੱਚ ਕਤਲ ਵੀ ਹੁੰਦੇ ਹੋਣ, ਤੇ ਦੂਜੇ ਪਾਸੇ ਮਣੀਪੁਰ ਵਰਗੀ ਸਟੇਟ 80 ਦਿਨ ਸੜਦੀ ਰਹੀ ਹੋਵੇ, ਭੁੱਜਦੀ ਰਹੀ ਹੋਵੇ, ਤੇ ਉੱਥੇ ਨੌਜਵਾਨ ਔਰਤਾਂ ਨੂੰ ਨੰਗਿਆਂ ਕਰਕੇ ਪਰੇਡ ਕਰਾਇਆ ਜਾਂਦਾ ਹੋਵੇ, ਤੇ ਦਿੱਲੀ ਦੇ ਲਾਲ ਕਿਲੇ ਤੇ ਪਰੇਡ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ਰਮ ਨਾ ਆਉਂਦੀ ਹੋਵੇ। ਅਸੀਂ ਉਸ ਦੇਸ਼ ਦੇ ਵਾਸੀ ਹਾਂ ਤੇ ਦੇਸ਼ ਜਦੋਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਅਸੀਂ ਕਹਿੰਦੇ ਆ ਵੀ ਸਾਡਾ ਉਹ ਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਉਹ ਨਹੀਂ ਹੋ ਸਕਦਾ ਜਿਸ ਦੇਸ਼ ਦੇ ਵਿੱਚ ਔਰਤਾਂ ਨਾਲ ਬੇਇੱਜ਼ਤੀਆਂ ਹੁੰਦੀਆਂ ਹੋਣ, ਦੇਸ਼ ਦੇ ਵਿੱਚ ਵਿਦਿਆਰਥੀਆਂ ਨੂੰ ਹੱਕ ਨਾ ਮਿਲਦਾ ਹੋਵੇ, ਜਿਸ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਆ ਡਿਗਰੀਆਂ ਕੀਤੇ, PhD ਕੀਤੇ, MPhil ਕੀਤੇ ਹੋਏ ਨੌਜਵਾਨ ਆ, ਜਿਹੜੇ ਉਹ ਇੱਕ ਨਿੱਕੀ ਤੋਂ ਨਿੱਕੀ ਨੌਕਰੀ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਲਾਈਨਾਂ ਦੇ ਵਿੱਚ ਖੜ੍ਹਦੇ ਹੋਣ, ਇਹ ਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਨਹੀਂ। ਪਰ ਦੇਸ਼ ਨੂੰ ਭਗਤ ਸਿੰਘ ਦੇ ਸੁਪਨੇ ਦੇ ਅੰਦਰ, ਭਗਤ ਸਿੰਘ ਦੀ ਸੋਚ ਦਾ, ਜਿਨ੍ਹਾਂ ਦੇ ਮਨਾਂ ਦੇ ਅੰਦਰ ਬਾਬੇ ਨਾਨਕ ਦੀ ਸੋਚ ਦਾ ਦੀਵਾ ਬਲਦਾ, ਉਹ ਝੰਡਾ ਚੱਕ ਕੇ ਲੜਦੇ ਆ, ਹਰ ਹਾਲਤ ਵਿੱਚ ਲੜਦੇ। ਉਹ ਜੇਲ੍ਹਾਂ ਦੀ ਤੇ ਡਾਂਗਾਂ ਦੀ ਪਰਵਾਹ ਨਹੀਂ ਕਰਦੇ, ਜੰਗ ਦੇ ਮੈਦਾਨ ਵਿੱਚ ਖੜੇ ਰਹਿੰਦੇ ਆ। ਤੇ ਮੈਨੂੰ ਉਮੀਦ ਆ ਕਿ ਕਾਨਫਰੰਸ ਜਦੋਂ ਆਪਾਂ ਸੰਪੰਨ ਕਰਕੇ ਜਾਵਾਂਗੇ, ਜਦੋਂ ਆਪਾਂ ਰੈਜ਼ੋਲੂਸ਼ਨ ਲੈ ਕੇ ਜਾਵਾਂਗੇ ਵੀ ਆਉਣ ਵਾਲੇ ਸਮੇਂ 'ਚ ਕੰਮ ਕਿਵੇਂ ਕਰਨਾ, ਉਸ ਵੇਲੇ ਸਾਨੂੰ ਵੀ ਇਸ ਗੱਲ ਦਾ ਮਾਣ ਹੋਏਗਾ ਕਿ ਕਦੇ ਵੀ ਹਨੇਰਾ ਲੰਬਾ ਸਮਾਂ ਨਹੀਂ ਟਿਕਦਾ। ਇੱਕ ਰੋਸ਼ਨੀ, ਇੱਕ ਚਿੰਗਿਆਰੀ ਆ ਜਿਹੜੀ ਉਹ ਵੀ ਹਨੇਰੇ ਨੂੰ ਚੀਰ ਸਿੱਟਦੀ ਆ। ਆਪਾਂ ਸਾਰੇ ਲੋਕ ਜਿਹੜੇ ਦੇਸ਼ ਦੇ ਵਿੱਚ ਇੱਕ ਨਵੇਂ ਮੁਹਾਰ ਦੇ ਲਈ ਲੜ ਰਹੇ ਆ, ਇੱਕ ਨਵੀਂ ਜ਼ਿੰਦਗੀ ਦੇ ਲਈ ਲੜ ਰਹੇ ਆ। ਸਨਮਾਨ ਸਾਥੀਓ, ਬਹੁਤ ਸੂਝਵਾਨ ਭਾਸ਼ਣ ਹੈ ਜਿਹੜਾ ਸਾਥੀ ਵਿੱਕੀ ਮਹੇਸ਼ਰੀ ਨੇ ਸਾਡੇ ਸਾਹਮਣੇ ਰੱਖਿਆ। ਸਾਨੂੰ ਮਾਣ ਹੈ ਕਿ ਸਾਡੇ ਸੂਬਾ ਸਕੱਤਰ, ਸਾਬਕਾ ਸੂਬਾ ਸਕੱਤਰ ਸਾਥੀ ਵਿੱਕੀ ਮਹੇਸ਼ਰੀ ਅੱਜ ਕੱਲ੍ਹ ਸਾਡੇ ਕੌਮੀ ਜਨਰਲ ਸਕੱਤਰ ਨੇ, ਤੇ ਇੱਕ ਦਿਸ਼ਾ ਜਿਹੜੀ ਦੇਣੀ ਹੁੰਦੀ ਹੈ ਕਿਸੇ ਜਥੇਬੰਦੀ ਨੂੰ, ਉਹਨੂੰ ਬਖੂਬੀ ਉਹ ਦੇ ਰਹੇ ਹੈ। ਭਾਵੇਂ ਬਨੇਗਾ ਦੀ ਮੰਗ ਨੂੰ ਦੇਸ਼ ਪੱਧਰ ਦੇ ਉੱਤੇ ਚੱਕਣਾ ਹੋਵੇ ਜਾਂ ਕੌਮਾਂਤਰੀ ਪੱਧਰ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ, ਵਰਲਡ ਫੈਡਰੇਸ਼ਨ ਆਫ ਡੈਮੋਕ੍ਰੈਟਿਕ ਯੂਥ ਦੇ ਵਿੱਚ ਜਾ ਕੇ ਚੱਕਣਾ ਹੋਵੇ, ਤੇ ਉਹ ਵਿੱਕੀ ਮਹੇਸ਼ਰੀ ਹੋਰਾਂ ਨੇ ਆਪਦੇ ਇਸ ਸਮੇਂ ਦੇ ਵਿੱਚ ਬਾਖੂਬੀ ਉਹਨੂੰ ਨਿਭਾਇਆ। ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸਾਹਮਣੇ ਆਪਦੀ ਗੱਲ ਰੱਖੀ ਹੈ ਤੇ ਸਾਨੂੰ ਇੱਕ ਦਿਸ਼ਾ ਪ੍ਰਦਾਨ ਵਾਲਾ ਕੰਮ ਕੀਤਾ ਹੈ। ਤੇ ਉਹਨਾਂ ਨੂੰ ਅਸੀਂ ਯਕੀਨ ਦਿਵਾਉਂਦੇ ਹਾਂ ਉਹਨਾਂ ਨੂੰ ਕਿ ਇਹ ਕਾਨਫਰੰਸ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਨੇ ਉਹਨਾਂ ਤੇ ਖਰਾ ਉਤਰੂਗੀ। ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸੋ ਇਸ ਤੋਂ ਬਾਅਦ
ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਦੇ ਸਾਹਮਣੇ ਵਾਲੀ ਸੀਟਾਂ ਦੇ ਉੱਤੇ ਬਿਰਾਜਮਾਨ ਹੋ ਜਾਣ। ਤੇ ਇਸ ਤੋਂ ਬਾਅਦ ਸਾਥੀ ਕੁਲਦੀਪ ਭੋਲਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਉੱਤੇ ਆ ਜਾਣ। ਸਾਥੀ ਚਰਨਜੀਤ ਸ਼ੰਗਾਰੀ ਰਾਏ ਹੋਰਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਦੇ ਉੱਤੇ ਆ ਜਾਣ। ਤੇ ਸਾਥੀ ਸੁਖਜਿੰਦਰ ਮਹੇਸ਼ਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਦੇ ਉੱਤੇ ਆ ਜਾਣ। मंच से विराजमान सीनियर लीडरशिप भ्रातरी जथेबंदियों के आगू साहबान डेलीगेट दोस्त, मैं हैरान सी 2-3 बार मैनू ना करनी पई। वो वरिंदर काला सी कि मैं पहला ही भुगत जावां, मैं सुनना चाहता सी। सब तो पहली गल मैं तुहानूं ये कहनी है भी मैं तुहानूं शुभकामनावां भेंट करदा। तुहाडा जिहड़ा ये इजलास की शुरुआत है ये बहुत अच्छी है। तुहानूं सारे करतिआं नूं मेरे वल्लों मुबारकबाद। दो तीन गल्लां कहणीआं, ये वक्त ज़्यादा हुंदा है तो मैनूं कह दिओ जो मैं रुक जावांगा। पहली गल ये है एक शब्द वरत्या जाता है साडे जबान ते चढ़िया गया अवामी जथेबंदियों के विद्यार्थी जथेबंदियों के जिहड़ी नैशनल एजुकेशन पॉलिसी है NEP उन्होंने मनो मनी न्यू एजुकेशन पॉलिसी का ठप्पा ला देंगे। न्यू हमेशा पॉजिटिव होंदा है। जे न्यू पॉजिटिव होंदा तो पहला तुसीं उन्होंने पॉजिटिव पेश कर दो कि न्यू एजुकेशन पॉलिसी है, तो फिर उसका खंडन करन लगो तुसीं अद्धी लड़ाई पहला ही हार गए। वकील साहब बैठे अपने को उन्होंने सिरा लाया है वकालत विच तुसीं वकालत करनी है इस चीज़ की कि ये पॉलिसी किवें गलत है जिहड़ी कौमी पद्धर ते लैके आए है। इहनूं न्यू नहीं कहना चाहिए। जदों तुहाडे मूँह तो बार बार टोकण के बावजूद फिर निकलता है तो फिर दुख लगता है कि असीं चेतन नहीं हो रहे। तो मेरी पहली गल इहदे नाल तुहानूं सारिआं नूं इहनूं न्यू एजुकेशन पॉलिसी नहीं कहना चाहिए। खब्बे पक्खियां च एक बीमारी है जिहड़ा रक्का लग जाता है उहदा त्याग नहीं करते। लैनन के जमाने जो रूस च इनकलाब होया तो उत्थे एजुकेशन पॉलिसी वांगू न्यू इकनॉमिक पॉलिसी आई, उन्होंने भी नैक कहते नीति कहते। हुण वो न्यू नूं इत्थे न्यू बना देना या खब्बे पक्खियां ने उवें प्रचार कर देना ये बहुत हानिकारक है। मैं इत्थे ये गल मुका के अगां दूजी कहनी कोई जरूरी नहीं कि जिहड़ा कुछ मैं कहना भी उन्होंने मन्निओ, मैं गलत हो सकदा। पर जे मेरी थोड़े नाल किसी गल ते कंट्राडिक्शन आ तो मैनूं कहण दा हक होना चाहिए ताकि तुसीं विचार सको। नहीं तो नवीं चीज़ गां तुरेगी किवें। हुण फर्क समझण दी लोड़ है। खास तौर पर मैं निक्की जी को कहना चाहूँगा, नैशनल कॉन्फ्रेंस करन जा रहे हो, सारियां लेफ्ट दी ऑर्गेनाइजेशनस नाल जुड़ के मिल के काम करन दी गल कर रहे हो। जिहड़ी एजुकेशन पॉलिसी है जिन्हों आपां नैशनल कहने आ, ये समझण वास्ते दो गल्लां बड़ियां जरूरी है। एक हुंदी है जनता, आम तौर पर पब्लिक भी कह रहे हैं। पब्लिक एजुकेशन के स्लोगन भी तुसी लैफ्ट मूवमेंट के इतिहास में पढ़ सकते हो। या समाज कह रहे हैं, समाजिक एजुकेशन ये समझ पैंदी है जे समाज के सत्ता का फर्क समझ पवे। सत्ता हमेशा जमाती हुंदी है। जे इसका फर्क नहीं करोगे
ਤਾਂ ਤੁਸੀਂ ਆ ਸਾਰੀ ਜਿਹੜੀ ਕਾਨਫਰੰਸ ਕਰੋਗੇ ਉਹਦੇ 'ਚ ਕਲੈਰਿਟੀ ਨਹੀਂ ਬਣ ਪਾਏਗੀ। ਇਹ ਮੇਰਾ ਮੰਨਣਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਠੀਕ, ਤੁਸੀਂ ਗਲਤ ਸਾਬਤ ਕਰੋ ਕਿ ਮੈਨੂੰ ਖੁਸ਼ੀ ਹੋਏਗੀ, ਕਿਉਂਕਿ ਮੈਂ ਸਿੱਖਾਂਗਾ। ਇਸ ਵੇਲੇ ਸਾਡੀ ਜਿਹੜੀ ਸਤ੍ਹਾ ਹੈ, ਹਕੂਮਤ ਹੈ, ਜਿਹਨੂੰ ਸਟੇਟ ਕਹਿੰਦੇ ਆ, ਸਟੇਟ ਆ ਜਿਹੜਾ ਉਹ ਜਮਾਤੀ ਹੈ। ਜਿਹੜੀ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ ਕੌਮੀ ਪੱਧਰ ਤੇ, ਇਹ ਉਹਨਾਂ ਦੀ ਜਮਾਤ ਦੀ ਪਾਲਿਸੀ ਹੈ, ਐਜੂਕੇਸ਼ਨ ਦੀ ਪਾਲਿਸੀ। ਇਹਦਾ ਸਮਾਜ ਨਾਲ ਕੋਈ ਸਰੋਕਾਰ ਨਹੀਂ। ਜਿੰਨਾ ਚਿਰ ਤੁਸੀਂ ਇਹ ਨਿਖੇੜਾ ਨਹੀਂ ਕਰਦੇ ਤੇ ਫਿਰ ਤੁਸੀਂ ਇਹ ਵਿਆਖਿਆ ਦਾ ਭਾਸ਼ਣ ਕਰਦੇ ਰਹੋਗੇ ਜਿਵੇਂ ਤੁਸੀਂ ਅੱਜ ਕੀਤਾ ਕਿ ਜਿੱਦਾਂ ਫਿਰ ਨਵੇਂ ਮੁੰਡੇ ਕੁੜੀਆਂ, ਗਰੀਬਾਂ ਦੇ ਮੁੰਡੇ ਕੁੜੀਆਂ, ਦਲਿਤਾਂ ਦੇ ਮੁੰਡੇ ਕੁੜੀਆਂ, ਅਸੀਂ ਤਾਂ ਮਤਲਬ ਯੂਨੀਵਰਸਿਟੀਆਂ 'ਚ ਜਾ ਹੀ ਨਹੀਂ ਸਕਾਂਗੇ। ਤੇ ਤੁਹਾਡੇ ਤਾਂ ਰਾਹ ਬੰਦ ਕਰ ਰਹੇ ਹੋ। ਇਹ ਉਹਨਾਂ ਦੀ ਪਾਲਿਸੀ ਹੈ। ਇਹਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਸੱਤਾ ਦੀ ਲੋੜ ਅੱਜ ਕੀ ਹੈ। ਉਹ ਨਹੀਂ ਚਾਹੁੰਦੇ ਕਿ ਸਮਾਜਿਕ ਐਜੂਕੇਸ਼ਨ ਹੋਵੇ। ਸਮਾਜਿਕ ਐਜੂਕੇਸ਼ਨ ਜਾਂ ਪਬਲਿਕ ਐਜੂਕੇਸ਼ਨ ਦਾ ਕੀ ਤਾਲੁਕ ਹੈ? ਉਹ ਐਜੂਕੇਸ਼ਨ ਜਿਹੜੀ ਪਬਲਿਕ ਨੂੰ ਫਾਇਦਾ ਦੇਵੇ। ਅਸੀਂ ਕਿਉਂ ਪਬਲਿਕ ਐਜੂਕੇਸ਼ਨ, ਸੋਸ਼ਲ ਐਜੂਕੇਸ਼ਨ ਦੀ ਗੱਲ ਕਰਦੇ ਹਾਂ? ਸੱਤਾ ਦੀ ਐਜੂਕੇਸ਼ਨ, ਅਸੀਂ ਸੱਤਾ ਲੈ ਕੇ ਉਹਦੀ ਥਾਂ ਤੇ ਪਬਲਿਕ ਐਜੂਕੇਸ਼ਨ ਦੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜੇ ਇੱਕ ਵੀ ਬੰਦਾ ਅਨਪੜ੍ਹ ਹੋਵੇ ਤਾਂ ਉਹ ਦੂਜਿਆਂ ਤੇ ਨਿਰਭਰ ਹੋਏਗਾ, ਉਹ ਦੂਜਿਆਂ ਦੇ ਪੈਰਾਂ ਦੀਆਂ ਬੇੜੀਆਂ ਬਣੇਗਾ, ਉਹ ਪਿੱਛੇ ਲੈ ਕੇ ਜਾਏਗਾ। ਜੇ ਹਰੇਕ ਬੰਦਾ ਪੜ੍ਹ ਜਾਏਗਾ ਤਾਂ ਜਦੋਂ ਬਰਾਬਰ ਕੰਮ ਵੰਡ ਕੇ ਦੇਣ ਦੀ ਗੱਲ ਹੋਏਗੀ ਤੇ ਉਹ ਆਪਦੀ ਯੋਗਤਾ ਨਾਲ ਆਪਦਾ ਹਿੱਸਾ ਪਾਏਗਾ। ਸਾਡੇ ਲਈ ਫ੍ਰੀ ਟਾਈਮ ਹੈ ਜਿਹੜਾ ਉਹ ਪੈਦਾ ਕਰੇਗਾ। ਇਸ ਕਰਕੇ ਸਾਡੀ ਇਹ ਸਮਝ ਹੈ ਕਿ ਐਜੂਕੇਸ਼ਨ ਹੈ ਜਿਹੜੀ ਉਹ ਪਬਲਿਕ ਹੋਣੀ ਚਾਹੀਦੀ ਹੈ, ਸਮਾਜਿਕ ਹੋਣੀ ਚਾਹੀਦੀ ਹੈ। ਇੱਕ ਜਮਾਤ ਲਈ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ। ਇਸ ਗੱਲ ਦੀ ਸਾਡੀ ਸਮਝ ਦੀ ਜਿਹਨੂੰ ਕਹਿਣਗੇ ਕਲੈਰਿਟੀ ਬਣਨੀ ਚਾਹੀਦੀ ਹੈ। ਜੇ ਨਿਖਾਰ ਨਹੀਂ ਹੋਏਗਾ ਤੇ ਫਿਰ ਗੜਬੜ ਰਹੇਗੀ। ਮੈਂ ਇਹਨੂੰ ਜੋੜ ਕੇ ਕਹਿਣਾ ਚਾਹੁੰਦਾ, ਫਿਰ ਸੋਚਿਓ। ਇੱਕ ਹੁੰਦੀ ਹੈ ਘਰੇਲੂ ਪਾਲਿਸੀ, ਦੇਸ਼ ਦੀ ਪਾਲਿਸੀ। ਇੱਕ ਹੁੰਦੀ ਹੈ ਫੋਰਨ ਪਾਲਿਸੀ। ਹੁਣ ਜਿਹੜੀ ਫੋਰਨ ਪਾਲਿਸੀ ਹੈ ਉਹ ਕਾਹਦੇ ਨਾਲ ਬਣਦੀ ਹੈ? ਵਿਦੇਸ਼ ਨੀਤੀ ਕਾਹਦੇ ਨਾਲ ਬਣਦੀ ਹੈ? ਸਾਡੀਆਂ ਜਿਹੜੀਆਂ ਦੇਸ਼ ਦੀਆਂ ਲੋੜਾਂ ਹੈ ਉਹਦੇ ਵਿੱਚੋਂ ਸਾਡੀ ਵਿਦੇਸ਼ ਪਾਲਿਸੀ ਬਣਦੀ ਹੈ। ਵਿਦੇਸ਼ ਪਾਲਿਸੀ ਰਸਮਾਨੋਂ ਨਹੀਂ ਡਿੱਗਦੀ। ਸਾਡੀਆਂ ਜਿਹੜੀਆਂ ਸਮਾਜਿਕ ਲੋੜਾਂ ਹੈ, ਮਤਲਬ ਦੇਸ਼ ਦੀਆਂ ਲੋੜਾਂ ਹੈ, ਤਾਂ ਸਮਾਜਿਕ ਲੋੜਾਂ ਤੇ ਕਿਉਂ ਅਸੀਂ ਜੋੜਦੇ ਹਾਂ ਉਹਨੂੰ ਸਮਾਜਿਕ ਲੋੜਾਂ? ਕਿਉਂਕਿ ਅਸੀਂ ਸਮਾਜ ਨਾਲ ਜੁੜੇ ਹੋਏ ਹਾਂ। ਪਰ ਸੱਤਾ ਦੀਆਂ ਫੋਰਨ ਪਾਲਿਸੀ ਕਾਹਦੇ ਨਾਲ ਬਣਦੀ ਹੈ ਕਿ ਇਸ ਵੇਲੇ ਦੀ ਸੱਤਾ ਜਿਹੜੀ ਉਹਦੇ ਜਮਾਤੀ ਹਿੱਤ ਫੋਰਨ ਪਾਲਿਸੀ ਹੈ, ਜਿਹੜੀ ਵਿਦੇਸ਼ ਨੀਤੀ ਹੈ ਜਿਹੜੀ ਉਹ ਕੀ ਹੋਵੇ ਉਹਦੇ ਮੁਤਾਬਕ ਉਹ ਉਹਨੂੰ ਤੈਅ ਕਰਦੇ ਹੈ। ਸੋ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ ਜਿਵੇਂ ਸਾਡੀ ਵਿਦੇਸ਼ ਨੀਤੀ ਸਾਡੀਆਂ ਘਰੇਲੂ ਨੀਤੀਆਂ ਦਾ ਰਿਜ਼ਲਟ ਹੁੰਦੀ ਹੈ, ਉਵੇਂ ਹੀ ਜਮਾਤ ਦੇ ਤੌਰ ਤੇ ਜਿਹੜੀ ਜਮਾਤ ਕੋਲੇ ਸੱਤਾ ਹੈ, ਇਹ ਸੱਤਾ ਸਾਡੇ ਕੋਲੇ ਹੋਵੇ ਤੇ ਅਸੀਂ ਪਬਲਿਕ ਸੋਸ਼ਲ ਐਜੂਕੇਸ਼ਨ ਹੈ, ਹਰੇਕ ਨੂੰ ਬਰਾਬਰ ਪੜ੍ਹਾਈ ਦੇ ਮੌਕੇ ਜਿਹੜੇ ਆਪਣੇ ਨਾਲੇ ਆ ਉਹਨੂੰ ਲਾਗੂ ਕਰਨ ਦੀ ਗੱਲ ਕਰਾਂਗੇ। ਤੇ ਜਦੋਂ ਅੱਜ ਪਾੜਾ ਇੰਨਾ ਵੱਡਾ ਹੋ ਗਿਆ, ਬੜੀ ਸੌਖੀ ਹੈ ਗੱਲ ਸਮਝਣੀ। ਹੁਣ ਪਾੜਾ ਕਿੱਡਾ ਵੱਡਾ ਹੋ ਗਿਆ ਕਿ ਆਪਣੇ ਦੇਸ਼ ਦੇ 1% ਲੋਕਾਂ ਕੋਲੇ ਸਾਡੀ ਦੌਲਤ ਦਾ 40% ਹੈ। ਤੇ ਸੱਤਾ ਤੇ ਕੌਣ ਹੈ? ਉਹਨਾਂ ਲੋਕਾਂ ਦੀ ਸੱਤਾ ਹੈ 2-3 ਬੰਦਿਆਂ ਨੂੰ ਸਾਰੇ ਦੇਸ਼ ਦਾ ਸਰਮਾਇਆ ਜਿਹੜਾ ਜਿੰਨਾ ਕੁਝ ਪੈਦਾ ਕਰਦੇ ਆ, ਇਹਦੇ 'ਚ ਵੀ ਦੋ ਚੀਜ਼ਾਂ ਦਾ ਫਰਕ ਕਰਨਾ ਸਾਨੂੰ ਸਿੱਖਣਾ ਪਏਗਾ। ਇੱਕ ਹੁੰਦੀ ਹੈ ਕੌਮੀ ਦੌਲਤ ਦੀ ਗੱਲ, ਇੱਕ ਹੁੰਦੀ ਹੈ ਜਿਹੜਾ ਅਸੀਂ ਨਵਾਂ ਪੈਦਾ ਕਰਦੇ ਆ। ਜਿਹੜਾ ਅਸੀਂ ਨਵਾਂ ਪੈਦਾ ਕਰਦੇ ਆ ਉਹਦਾ ਤਾਂ 86% ਉਹਨਾਂ ਕੋਲੇ ਜਾ ਰਿਹਾ, ਸਾਡੇ ਕਿਰਤੀਆਂ ਕੋਲੇ ਤਾਂ ਉਹਦਾ ਹਿੱਸਾ ਹੀ ਕੁਝ ਨਹੀਂ ਆ ਰਿਹਾ। ਤੇ ਫਿਰ ਉਹਨਾਂ ਦੀ ਐਜੂਕੇਸ਼ਨ ਪਾਲਿਸੀ 'ਚ ਅੱਜ ਜਿੱਥੇ ਟੈਕਨੋਲੋਜੀ ਪਹੁੰਚ ਗਈ, ਕਿੱਥੇ ਆਪਾਂ ਹੁਣ ਸਭ ਜਾਣਦੇ ਹਾਂ, ਮੇਰੇ ਨਾਲੋਂ ਤੁਸੀਂ ਜ਼ਿਆਦਾ ਜਾਣਦੇ ਹੋ। ਨਵੀਂ ਉਮਰ ਤੇ ਵਧੇਰੇ ਵਿਸ਼ਵਾਸ ਕਰਨ ਦੀ ਲੋੜ ਹੁੰਦੀ ਹੈ। ਮੇਰੇ ਨਾਲੋਂ ਯੂਨੀਵਰਸਿਟੀ ਦਾ ਵਿਦਿਆਰਥੀ ਜ਼ਿਆਦਾ ਜਾਣਦਾ। ਮੈਂ ਤਾਂ ਇਹ ਕਹਿ ਸਕਦਾ ਨਾ, ਸੁਣ ਸਕਦਾ ਕਿ ਭਾਈ ਹੁਣ ਨੈਨੋ ਟੈਕਨੋਲੋਜੀ ਪੜ੍ਹਾਈ ਜਾਂਦੀ ਹੈ,
ਪਰ ਜਿਹੜੇ ਪੜ੍ਹ ਰਹੇ ਆ ਉਹ ਤਾਂ ਮੇਰੇ ਨਾਲੋਂ ਵਧੇਰੇ ਜ਼ਿਆਦਾ ਜਾਣਦੇ ਆ ਨਾ। ਆਰਟੀਫਿਸ਼ੀਅਲ ਇੰਟੈਲੀਜੈਂਸੀ AI ਬਾਰੇ ਜਿਹੜੇ ਹੁਣ ਵਿਦਿਆਰਥੀ ਕੋਰਸ ਕਰ ਰਹੇ ਆ, ਜਿਹੜੇ ਟ੍ਰੇਨਿੰਗ ਲੈ ਰਹੇ ਆ, ਉਹ ਮੈਥੋਂ ਵਧੇਰੇ ਜਾਣਦੇ ਹੀ ਹੋਣਗੇ। ਮੈਨੂੰ ਮੰਨਣਾ ਚਾਹੀਦਾ ਕਿ ਜਿੱਥੋਂ ਤੱਕ ਇਹ ਪਹੁੰਚ ਗਈ ਹੈ, ਇਹਦੇ 'ਚ ਕਿਰਤ ਦੀ ਲੋੜ ਕਿੰਨੀ ਕੁ ਰਹਿ ਗਈ। ਜਦੋਂ ਕਿਰਤ ਦੀ ਲੋੜ ਨਹੀਂ ਰਹਿ ਗਈ ਤੇ ਫਿਰ ਉਹਨਾਂ ਨੂੰ ਸਾਡਾ ਬੋਝ ਚੱਕਣ ਦੀ ਲੋੜ ਕਿਉਂ ਰਹਿ ਗਈ? ਉਹ ਸਾਨੂੰ ਕਿਉਂ ਪੜ੍ਹਾਉਣ? ਉਹ ਸਾਨੂੰ ਨਹੀਂ ਪੜ੍ਹਾਉਣਗੇ। ਇਸ ਕਰਕੇ ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, ਇਹ ਉਸ ਸਤਾ ਲਈ ਘੁੰਡ ਚੁਕਾਈ ਹੈ। ਉਹਨਾਂ ਨੇ ਨੰਗਾ ਚਿੱਟਾ ਮੂੰਹ ਕਰਕੇ ਕਹਿਤਾ ਅਸੀਂ ਆਹ ਕਰਨਾ ਚਾਹੁੰਦੇ ਹਾਂ, ਸਾਡੇ ਲਈ ਉਹਦੇ ਵਿੱਚ ਕੋਈ ਥਾਂ ਨਹੀਂ ਹੈ। ਜਿਵੇਂ ਕਿਰਤ ਵਿੱਚ ਸਰਪਲਸ ਕੰਮਾਂ ਪੈਦਾ ਕਰਦੇ ਆ,